बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, आपको लिए चलते हैं किराएदारों और मालिक मकान की तरफ। आप जानते हैं कि मालिक मकान का ताल्लुक है नून लीग से और उनके घर में जो किराएदार बसते हैं उनका ताल्लुक है पीटीआई से, इसीलिए दोनों आपस में उलझते रहते हैं। मगर आज किराएदार आपस में ही उलझ रहे हैं। पीटीआई वाले क्यों उलझ रहे हैं आपस में, जरा देखते हैं। मैं तानू कह रहा खुल के कहो। अब्बा जी ने मेरे मैं अपने अब्बा जी ਨੂੰ खुल के कहो। ਮੈਨੂੰ ਕੀ ਸਮਝਾਉਣਾ ਤੁਸੀਂ? ਮੇਰੀ ਔਲਾਦ ਹੋ, ਮੈਂ ਜੰਮਿਆ ਤੁਹਾਨੂੰ। अब्बा जी आज तो बाद जे ਤੁਸੀਂ ਇਸ ਘਰ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਲੈਣਾ ਨਾ ਤਾਂ ਅਸੀਂ ਮੀਆਂ ਬੀਵੀ ਅਲੱਗ ਹੋ ਜਾਵਾਂਗੇ। ਭੁੱਲ ਗਏ ਹੋ ਤੁਸੀਂ? ਓਏ ਅੱਬਾ ਹੌਲੀ ਬੋਲ, ਲੱਗਦਾ ਡੀ ਚੌਕ ਧਰਨੇ 'ਚ ਬੈਠੇ ਆ ਯਾਰ। ਮੁੱਦੇ ਦੇ ਆਸਾਨ ਭੁੱਲ ਗਏ ਹੋ ਤੁਸੀਂ ਵੀ ਤੇ ਪੀਟੀਆਈ ਵਾਲੇ ਵੀ। ਉਹ ਇੱਕ ਸੀਜ਼ਨਡ ਪੋਲੀਟੀਸ਼ੀਅਨ ਹੈ। ਮੇਨ ਏਟੀਐਮ ਸਾਡਾ ਲੀਡਰ ਹੈ ਜਹਾਂਗੀਰ ਤਰੀਨ। ਉਹ ਪੈਸੇ ਨਾ ਦਿੰਦਾ ਤੇ ਤੁਹਾਡੀ ਪਾਰਟੀ ਬਣਨੀ ਨਹੀਂ ਸੀ। ਇਹਨੂੰ ਕੀ ਬਿਮਾਰੀ ਪੈ ਗਈ ਹੁਣ? ਓਏ ਇੰਨੀਆਂ ਦਰਾਰਾਂ ਸਾਡੇ 80 ਸਾਲਾ ਪੁਰਾਣੇ ਮਕਾਨ 'ਚ ਨਹੀਂ, ਓ ਜਿੰਨੀਆਂ ਇਹਨਾਂ ਦੀ ਪਾਰਟੀ 'ਚ ਪੈ ਗਈਆਂ। ਤੁਹਾਨੂੰ ਬਿਮਾਰੀਆਂ ਪੈਣੀਆਂ, ਦਰਾਰਾਂ ਨਹੀਂ ਪੈਣੀਆਂ ਹੁਣ। ਹਾਂ ਖਬਰਦਾਰ, ਇਸ ਘਰ ਦੇ ਵਿੱਚ ਕਿਸੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਖਿਲਾਫ ਗੱਲ ਕੀਤੀ ਤੇ ਖਬਰਦਾਰ ਜੇ ਇਸ ਘਰ ਦੇ ਵਿੱਚ ਕਿਸੇ ਨੇ ਤਰੀਨ ਸਾਹਿਬ ਦੇ ਖਿਲਾਫ ਗੱਲ ਕੀਤੀ। ਲੀਡਰ ਸਿਰਫ ਸ਼ਾਹ ਮਹਿਮੂਦ ਕੁਰੈਸ਼ੀ। ਲੀਡਰ ਸਿਰਫ ਤਰੀਨ ਹੈ। ਸ਼ਾਹ ਮਹਿਮੂਦ ਕੁਰੈਸ਼ੀ। ਤਰੀਨ ਕੁਰੈਸ਼ੀ। ਤਰੀਨ ਕੁਰੈਸ਼ੀ ਕੁਰੈਸ਼ੀ ਕੁਰੈਸ਼ੀ। ਤਰੀਨ 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 ਬਿਹਤਰੀਨ। ਲਓ ਜੀ, ਬਣ ਗਿਆ ਜੇ ਨਵਾਂ ਪਾ। ਵੇ ਵੀਰਾ ਵੇ, ਤੂੰ ਚੁੱਪ ਕਿਉਂ ਨਹੀਂ ਕਰਦਾ? ਕਿਉਂ ਨਹੀਂ ਕਰਦਾ? ਚੁੱਪ। ਤੂੰ ਇਹਨੂੰ ਚੁੱਪ ਕਰਾਉਣਾ ਚਾਹਨੀ ਏ? ਆਹੋ। 15 ਮਿੰਟ ਦੇ ਮੂੰਹ ਤੋਂ ਹੱਥ ਨਾ ਚੁੱਕੀ, ਇਹ ਹਮੇਸ਼ਾ ਲਈ ਚੁੱਪ ਹੋ ਜਾਏਗਾ। ਤੁਸੀਂ ਚੁੱਪ ਕਰ ਜਾਓ ਤੇ ਤੂੰ ਵੀ ਚੁੱਪ ਕਰ ਜਾ। ਸੋਚਣ ਤੇ ਪਾਬੰਦੀ ਏ, ਬੋਲਣ ਤੇ ਪਾਬੰਦੀ ਏ। ਜੋ ਮਰਜ਼ੀ ਕਰ ਲੋ, ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਂ ਲੈਣ ਤੇ ਕੋਈ ਪਾਬੰਦੀ ਨਹੀਂ ਲਾ ਸਕਦਾ। ਇਸ ਘਰ 'ਚ ਨਾਂ ਲਿਆ ਜਾਏਗਾ ਬਸ। ਅੱਬਾ ਜੀ, ਮੇਰਾ ਦਿਲ ਕਰਦਾ ਮੈਂ ਤੁਹਾਡੀ ਪੱਗ ਨਿਚੋੜ ਕੇ ਪੀ ਜਾ। ਇੱਥੇ ਤਰੀਨ ਦਾ ਨਾਂ ਲਿਆ ਜਾਏਗਾ। ਬਕਵਾਸ ਤਰੀਨ ਬੰਦ ਕਰ। ਇਹ ਪਾਰਟੀ ਨੂੰ ਇੱਥੇ ਪਹੁੰਚਾਉਣ ਦੀ ਕਰ ਸ਼ਾਹ ਮਹਿਮੂਦ ਕੁਰੈਸ਼ੀ ਦਾ ਹੀ ਹੱਥ ਹੈ ਤੇ ਹਰ ਆਜ਼ਾਦ ਉਮੀਦਵਾਰ ਨੂੰ ਅਸੈਂਬਲੀ ਤੱਕ ਪਹੁੰਚਾਉਣ 'ਚ ਜਹਾਂਗੀਰ ਤਰੀਨ ਦਾ ਹੱਥ ਹੈ। ਜਹਾਂਗੀਰ ਤਰੀਨ ਕੋ ਸਿਰਫ ਪੈਸੇ ਸਨ ਜਿਹੜਾ ਜਹਾਜ਼ 'ਚ ਬਿਠਾ ਕੇ ਉੱਥੇ ਉਮੀਦਵਾਰ ਲਿਜਾਂਦਾ ਰਿਹਾ। ਤੇ ਮਹਿਮੂਦ ਕੁਰੈਸ਼ੀ ਕੋ 35 ਸਾਲ ਦਾ ਤਜਰਬਾ ਵਾ। ਉਹਨੇ 35 ਸਾਲ ਕੋਈ ਘਾਹ ਨਹੀਂ ਕੱਟੀ। ਘਾਹ ਤੇ ਕੱਟੀਏ ਅੱਬਾ ਜੀ, ਕਦੀ ਉਸ ਪਾਰਟੀ 'ਚ ਜਾ ਕੇ ਘਾਹ ਕੱਟ ਲਈ, ਕਦੀ ਉਸ ਪਾਰਟੀ 'ਚ ਜਾ ਕੇ ਘਾਹ ਕੱਟ ਲਈ। ਵੇ ਮੇਰਾ ਵੀਰਾ, ਤੂੰ ਚੁੱਪ ਕਿਉਂ ਨਹੀਂ ਕਰਦਾ? ਕਿਉਂ ਨਹੀਂ ਕਰਦਾ? ਚੁੱਪ। ਸੋਚਣ ਤੇ ਪਾਬੰਦੀ ਏ, ਬੋਲਣ ਤੇ ਪਾਬੰਦੀ। ਓ ਭਾਈ ਤੂੰ ਖੁੱਲ ਕੇ ਬੋਲ, ਸਾਡੇ ਘਰ ਦੇ ਇਰਸ਼ਾਦ ਪੱਟੀ, ਖੁੱਲ ਕੇ ਬੋਲ। ਮੈਂ ਕੀ ਅੱਬਾ ਜੀ? ਹਾਂਜੀ। ਤੁਸੀਂ ਕੀ ਕਹਿੰਦੇ ਹੋ ਕਿ ਜਹਾਂਗੀਰ ਤਰੀਨ ਦੀ ਕੋਈ ਵੈਲਿਊ ਨਹੀਂ? ਡਰਾਈਵਰ ਜਿਹਾ ਆਦਮੀ ਹੈ। ਅੱਬਾ ਜੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਪੈਸੇ ਦੀ ਕੀ ਵੈਲਿਊ ਹੈ, ਸਿਆਸਤ ਵਿੱਚ ਵੀ ਤੇ ਆਮ ਜ਼ਿੰਦਗੀ 'ਚ ਵੀ। ਮੈਂ ਕਿਹਾ ਜੀ ਰਾਣਾ ਸਾਹਿਬ। ਬੋਲੋ ਸ਼ੁਰਲੀ ਪਟਾਕਾ ਸਾਹਿਬਾ। ਰਾਣਾ ਸਾਹਿਬ ਕਮਰੇ 'ਚ ਏਸੀ ਲਵਾ ਰਹੇ ਨੇ, ਕੀ ਤਕਲੀਫ ਹੈ ਤੁਹਾਨੂੰ? ਬਾਜੀ ਮੈਂ ਕਹਿਣਾ ਸੀ ਮੇਰੇ ਪਿਓ ਕੋਲੋਂ ਮਕਾਨ ਖਾਲੀ ਕਰਾ ਲਓ, ਕਿਰਾਇਆ ਤੇ ਅਸੀਂ ਦੇਣਾ ਹੁੰਦਾ, ਉਹਨਾਂ ਕੋਲ ਕੁਝ ਵੀ ਨਹੀਂ ਹੈ। ਉਹ ਜਿੰਨੇ ਤੁਹਾਡੀ ਪਾਰਟੀ 'ਚ ਇਖਤਲਾਫ ਪੈ ਗਏ ਨੇ, ਉਹ ਮੈਨੂੰ ਲੱਗਦਾ ਵਜ਼ੀਰ ਆਜ਼ਮ ਹਾਊਸ ਖਾਲੀ ਕਰਾਉਣਾ ਪੈਣਾ। ਐਵੇਂ ਖਾਲੀ ਕਰ ਦਈਏ? ਐਗਰੀਮੈਂਟ ਮੇਰੇ ਨਾਂ ਤੇ ਹੋਇਆ, ਮੇਰੀ ਇਜਾਜ਼ਤ ਬਗੈਰ ਤੂੰ ਮਕਾਨ ਨਹੀਂ ਖਾਲੀ ਕਰਾ ਸਕਦਾ। ਓਏ ਅੰਗਰੇਜ਼ ਦੌਰ ਦੇ ਬਾਬੇ, ਉਹ ਮਕਾਨ ਦਾ ਐਗਰੀਮੈਂਟ ਤੇ ਮੰਨਿਆ ਤੇਰੇ ਨਾਂ ਹੋਇਆ। ਉਹ ਲੇਕਿਨ ਜਿਹੜਾ ਵਜ਼ੀਰ ਆਜ਼ਮ ਹਾਊਸ ਦਾ ਐਗਰੀਮੈਂਟ ਹੈ ਨਾ, ਉਹ ਜਿਨ੍ਹਾਂ ਦੇ ਨਾਂ ਹੈ ਐਨ ਮੌਕੇ ਤੇ ਪਾੜ ਦੇਣਾ ਉਹਨਾਂ ਨੇ। ਪਾੜ ਨਹੀਂ ਦੇਣਾ, ਉਹਦਾ ਹੀ ਜਹਾਜ਼ ਬਣਾ ਕੇ ਉਹਦੇ 'ਚ ਬਿਠਾ ਕੇ ਇਹਨਾਂ ਨੂੰ ਬਾਹਰ ਸੁੱਟ ਦੇਣਾ। ਤੈਨੂੰ ਪਤਾ ਨਹੀਂ ਹੈਗਾ ਪੀਟੀਆਈ ਦੀ ਗਵਰਨਮੈਂਟ ਹੈਗੀ ਏ। ਅਸੀਂ 1 ਮਿੰਟ 'ਚ ਮਾਫੀ ਮੰਗ ਲੈਣੇ ਹੁੰਨੇ ਆ ਯੂ ਟਰਨ ਲੈ ਕੇ। बाजी। हाँ जी बोलना। हाँ जी बाजी, यू टर्न लेना बुरी गल है या यू टर्न ते खलो के कहना कि मैं सीधा ही जा रहा है, ये बुरी गल है? मेरा वीरा तू किते दबा हो जा। तू चुप क्यों नहीं करदा? क्यों नहीं करदा? चुप। सोचण ते पाबंदी है, बोलण ते पाबंदी है। वो तो तू बोलिया कर, सोचिया ना कर। बिल्कुल। और अपने लीडर नू फॉलो करो,
ਉਹ ਵੀ ਸੋਚਦਾ ਘੱਟ ਤੇ ਬੋਲਦਾ ਬਹੁਤਾ। ਓਏ ਆ ਤੁਸੀਂ ਟੀਵੀ ਦੇ ਫੁਟੇਜ ਕਢਾ ਕੇ ਵੇਖ ਲਵੋ, ਉਹ ਜਿੰਨੇ ਆਲਮੀ ਲੀਡਰਾਂ ਨਾਲ ਮੁਲਾਕਾਤਾਂ ਹੋਈਆਂ ਉਹ ਵਿਚਾਰੇ ਚੁੱਪ ਬੈਠੇ, ਇਹ ਬੋਲੀ ਜਾਂਦਾ। ਆ ਮਹਾਤੀਰ ਮੁਹੰਮਦ ਆਇਆ, ਉਹ ਚੁੱਪ, ਇਹ ਬੋਲੀ ਜਾਂਦਾ। ਮੁਹੰਮਦ ਬਿਨ ਸਲਮਾਨ ਆਇਆ, ਉਹ ਵਿਚਾਰਾ ਚੁੱਪ, ਇਹ ਬੋਲੀ ਜਾਂਦਾ। ਆ ਤੁਰਕੀ ਦੇ ਉਰਦਵਾਨ ਕੋਲ ਗਿਆ, ਉਹ ਚੁੱਪ, ਇਹ ਬੋਲੀ ਜਾਂਦਾ। ਉਹ UAE ਵਾਲਿਆਂ ਕੋਲ ਗਿਆ, ਉਹ ਚੁੱਪ, ਇਹ ਬੋਲੀ ਜਾਂਦਾ। ਉਹ ਕਹਿੰਦੇ ਨੇ ਆ ਵਜ਼ੀਰ ਆਜ਼ਮ ਹੈ ਕਿ ਰਾਤ ਤੋਤਾ। ਮੈਂ ਕਿਹਾ ਰਾਣਾ ਸਾਹਿਬ ਇਹਨੂੰ ਕਹਿੰਦੇ ਨੇ ਕੈਮਰਾ ਲੈਣਾ। ਓਏ ਮੇਰੀਆਂ ਜ਼ਰਾ ਲੱਤਾਂ ਫੜੇ ਨਾ, ਆ ਮੈਂ ਢਿੱਡਲ ਜਾਣੂ ਉੱਤੇ ਖਿੱਚਾ। ਉਹ ਖਿੱਚ ਮੈਨੂੰ, ਉਹ ਸਾਰਿਆਂ ਜਵਾਈ ਜਲਾਈ, ਉਹ ਸਾਰਿਆਂ ਛੱਡ ਦਿਓ ਰਾਣਾ ਸਾਹਿਬ, ਛੱਡ ਦਿਓ। ਅੱਬਾ ਹਾਂ ਪੁੱਤ, ਰਾਣੇ ਦਾ ਪੰਜਾ ਤੇ ਬੜਾ ਚੀਲ ਵਰਗਾ ਸੀ, ਉਹ ਤੇ ਮੈਨੂੰ ਡੈਡ ਖੋਤਾ ਸਮਝ ਕੇ ਚੁੱਕ ਕੇ ਲੈ ਚੱਲਾ ਸੀ। ਕੱਲ ਮੈਂ ਬਾਜੀ ਨੂੰ ਗਿਆ, ਭਾਣ ਕਿੱਥੇ ਨੇ ਬਾਜੀ, ਤਦ ਹੀ ਕਹਿਣ ਸੀ ਖੋਤਾ ਜਿਹਾ ਇੱਧਰ ਨੂੰ ਗਿਆ। ਤੂੰ ਚੁੱਪ ਕਿਉਂ ਨਹੀਂ ਕਰਦਾ, ਕਿਉਂ ਨਹੀਂ ਕਰਦਾ ਚੁੱਪ? ਆਏ ਹਾਏ, ਸੋਚਣ ਤੇ ਪਾਬੰਦੀ ਏ, ਬੋਲਣ ਤੇ ਪਾਬੰਦੀ। ओ भाई खुशनूद अली खान निकल जाए इथों। अरे मुबारक हो भैया, मुबारक हो गिलोरी खा के। अरे बांके मियां 15 बच्चे तेरे पहले हैं, फिर मुबारक देने आ गया तू। अरे भाई बहुत खुशी हो रही है मुझे भाई, पूरी की रांची खुश है। अब किस बात की खुशी है भैया? ओए पकीजा फिल्म च पान ले आना लिया, गल की है? अरे भाई पूरा की रांची खुश हो गया भैया। किस बात से भैया? एक कराची छड़ के जा रहे हैं। अच्छा बात ये है, इमरान खान ने 162 अरब रुपए के पैकेज का ऐलान कर दिया कराची के लिए। अरे भैया ये धोखा है या नहीं, मगर कराची में हर बंदा एक दूसरे से पूछ रहा है कि ये 162 अरब रुपए आएंगे कहां से, गिलोरी खा के। वेरी सिंपल, कराची च जेड़ा समंदर है ओदियां लहरां साइड ते करांगे, थल्लों 162 अरब रुपया निकल आएगा। मच्छियां निकल निकल के चंदा देणगियां तुहानू। राणा साहब की याद कराता जे, मैं तानू मच्छी फ्राई करके दिया। ओ नहीं, ओ मैनू अगे इमरान खान दे बड़ा गुस्सा, ओ मेरा ब्लड प्रेशर होर हाई हो जाएगा, ओ मैनू कोई ठंडी शै खवा। बाजी हाँ जी, इनू उस्मान बुजदार लै दे, ओदे तो ठंडा और कोई नहीं। तुख मलंगा नू गर्मी होई होवे, हकीम साहब कहते ने भाई इन्होंने उस्मान बुजदार पियाओ। अरे भैया की गल है भैया, बता भैया। अरे कोई बाकी मियाँ को समझा दो कि 162 अरब रुपए कराची के लिए कहां से आएंगे। ये पैसे आने उन्हें कोई नहीं, इन्होंने इमरान इस्माइल नू मार पवानी। अरे जैसा तेरा मुंह है तू वैसे ही बातें करता है। बकवास बंद कर। अरे ये कहीं मुझ पे हमला तो नहीं कर देगा, गिलोरी खा के। केड़ा जिना मेरे राणे साहब नु गिलोरी खवा रहा वे। हमला शुरू हो गया। अरे ये क्या कर रही है, गिलोरी खा के। लो जी, ये पहला बंदा जिन्हें जमदे लोरी नहीं लई, गलोरी लई। अरे जुगते बाद में कर लेना भैया। वो तू कराची वाला, तेन क्यों पता जुगता था? तो भैया जुमले बाद में कस लेना, काम की बात पहले कर लो। अच्छा तुम्हारी वाली बात कर लेते हैं भाई। अरे जुमले बाद में कस लेना, मुझे ये बताओ 162 अरब रुपए की कराची वालों के लिए कब आएंगे, कैसे आएंगे? ओ बांके मियां, एहो तो पूरे कराची वाले ने रल के सोचना भी 162 अरब रुपए आणगे किथों। अगर ना आए तो फिर यू टर्न ते वटते पे है। नाज़रीन स्टे विद अस, कहीं नहीं जाइएगा, छोटे से वक्फे के बाद वापस आते हैं। प्रोग्राम के अगले मरले में आपके लिए बहुत कुछ है। आप देख रहे हैं सियासी थिएटर। वेलकम बैक नाज़रीन, प्रोग्राम में दोबारा हाजिर खिदमत है। आपको लिए चलते हैं किराएदारों और मालिक मकान की तरफ। IK लवर्स आने वाले हैं वहां, देखते हैं क्या होगा।
के खड़ा है अब इमरान, ही करेगा सब कप्तान, नया बनेगा पाकिस्तान, नया बनेगा पाकिस्तान, नया बनेगा पाकिस्तान। डट के खड़ा है अब इमरान, नया बनेगा पाकिस्तान, डट के खड़ा है अब इमरान, ही करेगा सब कप्तान, नया बनेगा पाकिस्तान, नया बनेगा पाकिस्तान, नया बनेगा पाकिस्तान। डट के खड़ा है अब इमरान, नया बनेगा पाकिस्तान। Oh my God! Oh my God! Oh my God! सिस्टर उफल्ला भी कहो ना। उफल्ला? बेदर्द ना बन, नाले भी कबो ना। और मैं कहना कि पूरा गाना ही कर लो, उफल्ला बेदर्द ना बन। Oh my God! Oh my God! आप लोगों ने देखा कितने प्यारे, कितने हैंडसम, कितने डैशिंग, कितने एनर्जेटिक, कितने क्यूट भी बोलो ना। हाँ वो भी, कितने यंग। चल झूठी। Shut up! महंगाई की वजह तो साडे बच्चे बुढ़े लगन लग पे, ये हजे तक यंग ही है। You also shut up! कितने ग्रेसफुल लग रहे थे मेरे इमरान खान प्राइम मिनिस्टर। ओहो स्वीटू। Yes तबू। मैं क्या अब्बा जी? हाँ पुत, ਅਸੀਂ पीटीआई ਨੂੰ वोट दे के गलती तो नहीं करते? हाँ तो तुम क्या कह रहे थे डब्बू? मैं ये कह रहा था कि साथ में हैशटैग लव फॉर आइकी भी कहा करो ना स्वीटू। ओ हाँ you're right डब्बू। लो जी, अगर पीटीआई ਦੀ ਹਕੂਮਤ ਨਾ ਹੁੰਦੀ, ਇਹਦਾ ਨਾ ਮੀਦਾ ਹੋਣਾ ਸੀ ਤੇ ਉਹਦਾ ਨਾ ਬਸ਼ੀਰ ਹੋਣਾ ਸੀ। ਵੀਰਾ तू चुप क्यों नहीं करता? क्यों नहीं करता चुप? ਸੋਚਣ ਤੇ ਪਾਬੰਦੀ ਏ, ਬੋਲਣ ਤੇ ਪਾਬੰਦੀ ਏ। 80 ਰੁਪਏ ਤੂੰ ਰੋਜ਼ ਦੇ ਖਰਚ ਕਰਨੇ ਹੁੰਦੇ ਪੁੱਤ, ਤੇ ਇੰਨਾ ਕਿਉਂ ਸੋਚਦਾ? आ सुन ले कर्मा वालिए, की राणा साहब? ओनू स्वीटी कहन दिया, ओनू डब्बू कहन दिया, स्वीटी डब्बू शेरू, ओ समझ नहीं आउंदी। एक साल च वर्करां नू डब्बू करता। Oh my God! क्या लग रहे थे मेरे इमरान खान प्राइम मिनिस्टर जब वो घोटकी में अपने मुखालिफों को ललकारते हुए कह रहे थे, ओए स्वीटू। हाँ डब्बू। थोड़ा जमा के बोलो ना, हैशटैग आइकी की तरह। ये 65 साल दे विच भी इन्ना गरजदा, पता नहीं घोड़ियां दी खुराक खांदा। जो भी खांदा आवाम का पैसा नहीं खांदा। हाँ गिलोरी खा के। ओए थे हाँ तां दा मकाम बनया, तैनू अपनी गलोरी दी नहीं। ए जिद्दन खान साहब ने गलोरी खा के कीता ना, ओए ते अगले बंदे खलोतियां ने कपड़े खराब करेगा। यार जेड़ा मईशत खराब करी जांडे है, वो कपड़े खराब कर देगा ते केड़ी ऐसी गल? वीरा तू चुप क्यों नहीं करदा? क्यों नहीं करदा चुप? आए सोचण ते पाबंदी ਏ, ਬੋਲਣ ਤੇ ਪਾਬੰਦੀ। ਨਾਲੇ ਬੋਲੀ ਵੀ ਜਾਂਦਾ, ਨਾਲੇ ਪਾਬੰਦੀ ਵੀ ਕਹੀ ਜਾਂਦਾ। वो हेलो आईके ने कहा है कि घबराना नहीं है, हौसला रखना है, हौसला। जदों तक मौत नहीं आंदी। Shut up! तो जब घोटकी में मुखालिफों को उन्होंने ललकारते हुए कहा, ओए स्वीटू। व्हाट डब्बू? हैशटैग आइकी की तरह। ओए! मुखालिफों से कहा, ओए जब तक पैसे वापस नहीं करोगे मैं तुम्हें नहीं छोड़ूंगा। बल्ले भाई बल्ले, एडा लीडर ओ जिन्हां ने छड्डना, तू सुत्ता होना उन्होंने छड्ड देना। क्या लग रहे थे घोटकी के जलसे में वो? मैं सदके जावा, स्टेज ते खलोता होए ते 007 लगदा। यस रॉजर मोर। बल्कि डू मोर। ये स्टेज तो थल्ले उतरे, 7 गायब हो जांदा, 00 रह जांदा। दबा करो राणा साहब, पहले तुसी हलवा खाओ। बहुत अच्छे, मैं मौलाना फजलो रहमान हां। बाजी एक गल ते दस, पूछ मेरे वीरा, तू कोई चवल ही मारनी होनी है। ਜਦੋਂ ਕਹਿੰਦੇ ਨੇ ਸਾਰੇ ਇਦਾਰੇ ਆਜ਼ਾਦ ਨੇ, ਨੈਬ ਆਜ਼ਾਦ ਏ,
ਕਿਸੇ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ, ਉਹ ਆਜ਼ਾਦੀ ਨਾਲ ਆਪਣੇ ਕੰਮ ਕਰ ਰਹੇ ਨੇ। ਬਿਲਕੁਲ ਹਕੂਮਤ ਦਾ ਉਹਦੇ ਤੇ ਕੋਈ ਦਬਾਅ ਨਹੀਂ ਹੈਗਾ। ਨਹੀਂ ਹੈ ਬਿਲकुल। ਤੇ ਫਿਰ ਇਮਰਾਨ ਖਾਨ ਕਿਵੇਂ ਕਹਿ ਸਕਦਾ ਅਗਰ ਪੈਸੇ ਨਹੀਂ ਦਿਓਗੇ ਤੇ ਛੱਡਾਂਗਾ ਨਹੀਂ? ਮੇਰੇ ਆ ਵੀਰਾ, ਤੂੰ ਚਪੇੜਾ ਵੀ ਖਾਏਗਾ ਤੇ ਸਾਨੂੰ ਸਾਰਿਆਂ ਨੂੰ ਫੜਵਾ ਦੇਗਾ। ਵੇ ਤੂੰ ਚੁੱਪ ਕਿਉਂ ਨਹੀਂ ਕਰਦਾ? ਕਿਉਂ ਨਹੀਂ ਕਰਦਾ ਚੁੱਪ? ਹਾਏ ਹਾਏ, ਸੋਚਣ ਤੇ ਪਾਬੰਦੀ ਏ, ਬੋਲਣ ਤੇ ਪਾਬੰਦੀ ਏ। ਹਜੇ ਤੇ ਪਾਬੰਦੀ ਏ। नाज़रीन स्टे विद अस, कहीं नहीं जाइएगा, छोटे से वक्फे के बाद आप साथ हैं। प्रोग्राम के अगले मरले में आपके लिए बहुत कुछ है। आप देख रहे हैं सियासी थिएटर। महफिल पे चादर तने नूर की, नूर फैला हुआ आज की रात। वेलकम बैक नाज़रीन, प्रोग्राम में दोबारा हाजिर खिदमत है। नाज़रीन ग्रामी, आज की मुबारक रात के हवाले से प्रोग्राम के अगले हिस्से हमने उसी निस्बत से तरतीब दिए हैं। हमारे साथ मौजूद हैं, किसी तारुफ के मोहताज नहीं है, बड़ी मोहब्बत और शफ़क़त के इन्होंने आज हमें वक्त दिया, मोहतरम अल्लामा मोहम्मद शहजाद मुजद्ददी साहब से। वेलकम टू द शो। थैंक यू। अल्लामा साहब, आज की रात एक तारीख़ी मौजज़ा है। मैं चाहता हूँ कि पहले इस तारीख़ी मौजज़े पे आप कुछ रोशनी डाल दीजिए, फिर हम बढ़ेंगे इसकी अहमियत की तरफ, और फिर मैं चाहूँगा कि आखिरी हिस्से में हम बात करेंगे कि कैसे ज़्यादा से ज़्यादा हम इस रात की फ़यूज़ व बरक़ात समेट सकते हैं। सो इस तारीख़ी मौजज़े पे पहले कुछ रोशनी डालिए। जी शुक्रिया शाह जी। बिस्मिल्लाहिर्रहमानिर्रहीम, अल्हम्दुलिल्लाहि रब्बिल आलमीन, वस्सलातु वस्सलामु अला अशरफिल अंबिया वल मुरसलीन व अला आलिहि व सहबिही अजमईन। मेराज शरीफ का जब जिक्र आता है तो आरिफ़ खड़ी मियाँ मोहम्मद बख्श रहमतुल्लाह अलैह आप याद आते हैं। बड़े ही रचाव से लिखा आपने उस पर। जब आगाज़ किया तो कहते हैं, आई रात मुबारक वाली पाग साढ़े जागे। आई रात मुबारक वाली, आई रात मुबारक वाली पाग साढ़े जागे, सजना सिर खुश मुश्कां डुलियां। सजना सिर खुश मुश्कां डुलियां, डुलियां ते दुश्मन सिर सुहागे। अब ये मेराज शरीफ जो है, इसके दो पहलू हैं। एक तो ये कि साहिब उम्मत इमामुल अंबिया साहिब ताज वल मेराज सल्लल्लाहु अलैहि वसल्लम को मेराज हुई है, और दूसरा इस उम्मत के लिए उसमें मेराज का पहलू भी है कि हम उस हस्ती के उम्मती हैं जो साहिब मेराज, क्योंकि ऐसी मेराज किसी और नबी के हिस्से में नहीं आई। तो मेराज शरीफ जो है 27 रजब नबी करीम अलैहिस्सलातु वस्सलाम के ऐलान नबूवत का 5वां साल, जिसको हम सन 5 नबवी कहते हैं, उसमें ये वाक़या पेश आया। और ये जो मशहूर ताइफ का वाक़या हुआ ना, आप सल्लल्लाहु अलैहि वसल्लम ताइफ तशरीफ़ ले गए थे, हज़रत ज़ैद बिन हारिसा रज़ी अल्लाह अन्हु साथ थे, और वहाँ पर जो अहले ताइफ ने सलूक किया, और वो जो तकलीफ़ें पहुँचाईं, और फिर फ़रिश्ता आया और उसने अब इसका ये जो तकलीफ़ देह पहलू है, मैं चाहूँगा ये ज़रूर टच करते चलें कि फरिश्ते ने कहा कि आप कहें तो मैं दोनों ये जो जी 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 वही मैं अर्ज़ कर रहा हूँ कि उसकी शिद्दत का ये आलम था कि बारगाह इलाही से मलकुल जिबाल को भेजा गया, जो पहाड़ों पर मामूर फरिश्ता है, कि आप जाओ और इन लोगों को तहस नहस कर दो जिन्होंने इमामुल अंबिया मेरे महबूब सल्लल्लाहु अलैहि वसल्लम को लहू लुहान कर दिया, और आपके जो नालैन शरीफैन हैं ये खून से भर गए थे। अल्लाह, इतनी संगबारी की गई, इतना। और ताइफ में मैं जब शाहजी गया तो मुझे एक मेज़बान ने बताया कि अभी भी वहाँ लोग बैठ के कंकर मार देते हैं किसी को, तो आप एहतियात से गुजरिएगा। और वाकई मैंने देखा गली मोहल्ले में कि लड़के, तो वो मुझे याद आया कि वो जो अबाश लोग थे, लड़कों को पीछे लगा दिया कि इनको रोड़े और कंकर मारना और आवाज़ें कसना, यानी हर पहलू से तकलीफ़ दी गई। और फिर जलाल इलाही जोश पे आया और फरिश्ते को भेजा कि अगर आप कहें तो इस वादी को इन दोनों पहाड़ों के दरमियान रख के पीस दिया जाए। तो नबी रहमत सल्लल्लाहु अलैहि वसल्लम ने उस वक्त भी करम फरमाया, उस आलम में जबकि खून बह रहा था, फरमाया अल्लाहुम्मा इहदी कौमी फ़इन्नहुम ला यअलमून, अल्लाह ये जानते नहीं कौन आया हुआ है इनके पास और किस लिए आया हुआ है, इनकी भलाई के लिए। और उसमें भी करम का पहलू ये था कि फरमाया कि चलो अगर ये नहीं तो इनकी आने वाली नस्लें अगर हक को कबूल कर लें और हिदायत पे आ जाएं तो भी मकसद पूरा हो जाए। तो वो हुआ। फिर नबी करीम अलैहिस्सलातु वस्सलाम की इस शान करीमी के नतीजे में फिर ग़ज़वा हुनैन और सकीफ़ और ताइफ में लोगों ने देखा कि उन्हीं की अगली नस्लें रसूलुल्लाह सल्लल्लाहु अलैहि वसल्लम पे अपनी जानें कुर्बान कर रही।
اور دین پہ قربان ہو رہے تھے۔ لہٰذا اس تکلیف دہ پہلو پھر قریش مکہ، اس سب کے نتیجے میں رب کائنات نے اپنے محبوب علیہ السلام کو معراج کا شرف بخشا، اور یہ اہل فرش کو یہ بتایا کہ فرش والے تیری شوکت کا علو کیا جانے، فرش والے تیری شوکت کا علو کیا جانے، خسروا عرش پہ اڑتا ہے پھریرا تیرا۔ اب وہ کس اعزاز اور کس پروٹوکول کے ساتھ ہزار ہا ملائکہ سید الملائکہ کی قیادت میں اتر رہے ہیں، اور براق جیسی جنتی سواری لائی جا رہی، اور نبی رحمت صلی اللہ تعالیٰ علیہ وسلم مقام حتیم پہ آرام فرما ہیں، رات کا وقت ہے، اور سوئے ہوئے محبوب کو جگا کے دعوت دی جا رہی ہے اور اپنے پاس بلایا جا رہا ہے۔ اس میں بھی ایک بڑا اہم پہلو ہے کہ پچھلے انبیاء کی تاریخ میں ہمیں ملتا ہے کہ بڑے بڑے لاڈلے پیارے اولو العزم رسول وہ جا کے کہتے رہیں کہ مولا کریم ہمیں اپنا جلوہ دکھا، ربی ارینی انظر الیک۔ موسیٰ علیہ السلام جیسا پیارا نبی کہہ رہا ہے جو کلام کرتا ہے، باتیں کرتا ہے، اور اس میں بھی ایک عین فطرت ہے کہ جب آپ کسی سے آپ کا آڈیو لیول پہ کنیکشن ہو رہا ہو یا آپ صرف اس کو سن رہے ہوں تو پھر جی چاہتا ہے کہ جس کو میں سن رہا ہوں اسے میں دیکھوں بھی۔ تو اس پہ ایک مدت گزر گئی تھی سنتے سناتے ہوئے، تو جی چاہ رہا تھا کہ اب میں جس کی آواز کا یہ عالم ہے اس کے دیدار کا کیا عالم ہوگا، دیکھوں۔ تقاضا بھی ہوا لیکن جواب آیا لن ترانی، فرمایا موسیٰ آپ نہیں دیکھ سکتے۔ اس میں بھی اہل علم نے لکھا کہ یہ نہیں کہا کہ مجھے کوئی نہیں دیکھ سکتا، یہ نہیں کہا مجھے موسیٰ کوئی دیکھ ہی نہیں سکتا، فرمایا موسیٰ تو نہیں دیکھ سکتا، کہ وہ کیپیسٹی جو دیکھنے کے لیے چاہیے، جو تحمل چاہیے، جو ظرف چاہیے، وہ آپ میں نہیں ہے۔ لیکن چونکہ وہ تقاضا تھا، اور تقاضا بھی با اصرار تھا، اور موسیٰ علیہ السلام کا تھا، لہٰذا یہ فرمایا گیا کہ ہم پہاڑ پہ تجلی ڈالیں گے، انظر الی الجبل، تو آپ نے تجلی کو نہیں دیکھنا، پہاڑ کو دیکھنا، گویا اس کو انڈائریکٹ کر دی اس تجلی کو کہ اس کی شدت میں کمی آ جائے۔ اور پھر صوفیہ کہتے ہیں کہ وہ تجلی بھی ذاتی نہیں تھی، صفاتی تھی۔ اللہ اکبر۔ موسیٰ ز ہوش رفت بیک جلوہ صفات، تو عین ذات می نگری در تبسمی۔ اللہ اکبر۔ یہ تقابل ہے حبیب میں اور کلیم میں۔ سبحان اللہ سبحان اللہ سبحان اللہ۔ کلیم دیکھ رہے ہیں، کلیم دیکھ رہے ہیں انڈائریکٹ، سبحان اللہ، اور ذاتی نہیں صفاتی، سبحان اللہ، تو اور کیفیت حبیب کو مدعو کیا جا رہا ہے۔ تو رزلٹ کیا آ رہا ہے؟ فلما تجلی ربہ للجبل جعلہ دکا وخر موسیٰ صائقا۔ موسیٰ علیہ السلام کی تو آپ کیا بات کیجئے، وہ پہاڑ ہی تاب نہ لا سکا، اور وہ جو کوہ طور تھا، حضرت مولانا رومی کہتے ہیں کوہ در رقص آمد و چالاک شد، کوہ بھی رقص میں آ گیا، پہاڑ بھی اس تجلی کی کیفیت میں، کوہ طور بھی چونکہ خاص پہاڑ تھا۔ تو موسیٰ علیہ السلام پر ایسی کیفیت طاری ہوئی، قرآن کہتا ہے ایک چیخ ماری اور از خود رفتہ ہو گئے۔ بے ہوش کا لفظ میں استعمال نہیں کرتا کیونکہ نبی کے لیے بے ہوش کا لفظ مناسب نہیں ہے، اور اس کیفیت میں خاص طور پہ اس کو صوفیہ کہتے ہیں عالم استغراق، ٹھیک ہے، اور وہ استغراق ایسا طاری رہا کہ 40 دن بعد ہوش آیا، اور جب اٹھے تو کہا رب انی تبت الیک، اے اللہ میں معافی چاہتا ہوں، واقعی یہ ظرف میرا نہیں تھا۔ اچھا ادھر کیا کیفیت ہے؟ تو عین ذات میں نگر ادھر تبسم، یہاں بلایا جا رہا ہے، جگایا جا رہا ہے، اٹھایا جا رہا ہے، سیر کروائی جا رہی ہے۔ اس کے 3 فیزز ہیں، سیر، معراج اور اعراج۔ وہ جو زمینی سفر تھا وہ سارا سیر اسرا ہے، اس کے بعد جو سدرہ تک ہوا وہ معراج ہے، اور جو سدرہ سے قاب قوسین او ادنا تک ہوا وہ اعراج۔ سبحان اللہ۔ یہ آپ 3 فیزز میں جب اس کو دیکھتے ہیں تو اس کی معجزانہ شان کھل کے پھر سامنے آتا ہے۔ سبحان اللہ۔ یہی سے کنٹینیو کریں گے، علامہ صاحب واپس آتے ہیں۔ ناظرین گرامی کہیں نہیں جائیے گا، شب معراج، شب وصال کا ذکر ہو رہا ہے، چھوٹے وقت کے بعد واپس آتے ہیں۔ چادر تن نور کی، نور پھیلا ہوا آج کی رات ہے، محفل پہ چادر تنی نور کی، نور محفل پہ چادر تنی نور کی، نور پھیلا ہوا آج کی رات ہے، چاندنی میں ہے ڈوبے ہوئے دو جہاں، چاندنی میں ہے ڈوبے
کون جلوہ نما آج کی رات ہے، فرش پر دھوم ہے، عرش پر دھوم ہے، بد نصیبی ہے اس کی جو محروم ہے، پھر ملے گی یہ شب کس کو معلوم ہے، عام لطف خدا آج کی رات ہے، ابر رحمت ہے محفل پہ چھائے ہوئے، آسمان سے ملائک ہیں آئے ہوئے، خود محمد ہے تشریف لائے ہوئے، کیسے رونق فضا آج کی رات ہے، مانگ لو چشم تر مانگ لو، مانگ لو چشم تر مانگ لو، مانگ لو چشم تر مانگ لو، درد دل اور حسن نظر مانگ لو، کملی والے کی نگری میں گھر مانگ لو، مانگنے کا مزہ آج کی رات ہے، مومنوں آج گنجے سخا لوٹ لو اے مریضو شفا لوٹ لو، آسیو رحمت مصطفیٰ لوٹ لو، آسیو رحمت مصطفیٰ لوٹ لو، باب رحمت کھلا آج کی رات ہے، خوب ہونے دو اشکوں کی برسات کو، دو سلامی محمد کی بارات کو، چوم لو آج کی رات کو، چوم لو آج کی رات کو، شب قدر کے گما آج کی رات ہے، وقت لائے خدا سب مدینے چلے، لوٹنے رحمتوں کے خزینے چلیں، سب کے طیبہ کی جانب سفینے چلیں، میرے صائم دعا آج کی رات ہے، نوری محفل پہ چادر تنی نور کی، نور پھیلا ہوا آج کی رات ہے، چاندنی میں ہیں ڈوبے ہوئے دو جہاں، کون جلوہ نما آج کی رات ہے۔ سبحان اللہ، سبحان اللہ، کیا کہنے فراز بٹ صاحب، سبحان اللہ، جزاک اللہ۔ علامہ صاحب، کیسے زیادہ سے زیادہ آج کی رات کی جو شب معراج ہے، جو شب وصال ہے، اس کی فیوز و برکات کو سمیٹا جا سکتا ہے؟ معراج شریف کا شاہ جی ایک تو اعتقادی پہلو ہے، وہ ہمیں معلوم ہونا چاہیے کہ یہ ایک معجزہ ہے، اور اللہ تبارک و تعالیٰ نے یہ معجزہ نبی کریم علیہ السلام کو اس لیے عطا فرمایا، قرآن میں ہے وَمَا جَعَلْنَا الرُّؤْيَا الَّتِي أَرَيْنَاكَ إِلَّا فِتْنَةً لِلنَّاسِ،
یہ شان آپ کو اس لیے بھی عطا فرمائی ہے کہ ہم دیکھیں کہ کون اس کو مانتا ہے اور کون نہیں مانتا. واہ 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 واہ. اس کو ایک کسوٹی بنایا, تو ایک فیصلہ بھی ہو جائے گا کہ کون ادھر ہے اور کون ادھر ہے, حق اور باطل کو ڈیفرینشیٹ کیا. سبحان اللہ. اور چنانچہ یہی ہوا. اکثر معراج کے جانے کا ذکر ہوتا ہے اور آنے کی بات نہیں ہوتی, حالانکہ جو واپسی کا سفر ہے وہ بھی بڑا اہم ہے. اور اس میں جو آخری جو آپ نے بتایا کہ 3 حصے ہیں, اس میں سے تیسرا حصہ جو آخری حصہ واپسی کا ہے, اس میں فرمایا گیا تھا کہ آپ نے صبح جا کر یہ واقعہ خود حرم کعبہ میں کھڑے ہو کے لوگوں کو سنانا ہے. اللہ. اور جبریل امین نے جب یہ بات کہی تو آپ صلی اللہ علیہ وسلم نے فرمایا کہ جبریل میں بیان تو کروں گا لیکن سارے کفار و مشرکین ہیں, وہاں کون سے سب کو اہل ایمان بیٹھے ہیں, تو وہ تو پہلے ہی دشمن ہیں, انہیں موقع مل جائے گا. تو بہرحال حکم تھا, آپ نے بیان کیا. اچھا یہ حکم تھا بقا؟ یہ حکم تھا. سو آپ نے آ کے صبح جب بیان کیا تو ایک وہ طوفان مچ گیا. دیکھو جی ہو سکتا ہے رات کے تھوڑے سے حصے میں بندہ مکے سے فلسطین نہیں جا سکتا. یہ 7واں آسمان اور سدرۃ المنتہا اور جنت دوزخ کے مشاہدات, اور پھر واپس بھی آ گئے. اور لیلم, رات بھی نہیں, رات کے قلیل تھوڑے سے حصے میں. تو لہٰذا ابو جہل نے ایک وفد بنایا اور نکل گیا پروپیگنڈا. اور سیدنا ابو بکر صدیق رضی اللہ عنہ کے جب گھر آیا تو اس نے کہا بھی آپ تو اتنے زیرک دانا اور اتنے جہاں دیدہ آدمی ہیں, بتائیے آپ کے صاحب نے یہ کیسا دعویٰ کیا؟ یہ ابو جہل نے سیدنا ابو بکر صدیق رضی اللہ تعالیٰ عنہ. اب آپ نے ابھی یار غار نے ابھی صاحب معراج سے نہیں سنا, ٹھیک ہے, ابو جہل سے سن رہے ہیں. اور ایمان کا عالم اور تصدیق کی کیفیت یہ ہے, فرمایا ابو جہل اگر میرے آقا کہیں اور اس سے آگے کا بھی کچھ کہیں تو میں بغیر دیکھے ہی مان لاتا ہوں. سبحان اللہ. اور یہ رات کہہ دیا گیا تھا, تصدیق ابھی بعد میں ہوئی. جبریل نے کہا کہ یا رسول اللہ آپ کا رب کہتا ہے, اور کوئی مانے نہ مانے ابو بکر ضرور مانیں گے. یہ صدیق کا لقب سیدنا علی المرتضیٰ شیر خدا رضی اللہ عنہ قسم کھا کے حلفاً ممبر پہ کہا کرتے تھے کہ ابو بکر کو صدیق کسی اور نے نہیں کہا, خود رب کائنات. اللہ. تو یہ اس تصدیق کرنے کے نتیجے میں صدیقیت ملی. تو ایک پہلو تو ہمیں یہ سمجھنا ہے کہ ہم نے اس کو ماننا ہے, تسلیم کرنا ہے دل و جان سے, پھر اس کے فیض و برکات شروع ہوں گے. جب آپ کسی چیز پر اعتقاد ہی نہیں رکھتے ہیں تو وہاں سے آپ کو فیض و برکات نہیں مل سکتے. دوسری بڑی بات اس میں ہم نے یہ سمجھنی ہے کہ 46 صحابہ اکرام نے اس کو روایت کیا, اور نبی کریم علیہ السلام نے معراج ہو جانے کے بعد بھی اس کے ذکر و تذکرے کو جاری رکھا. تو آج ہمیں جیسے یہ بات ہو رہی ہے, تذکرہ ہو رہا ہے, ہمیں قرآن سے, حدیث سے, سنت سے, سیرت سے سمجھنا ہے کہ معراج کیا ہے, اسے جاننا ہے. جو آپ معراج کو جانتے جائیں گے آپ کی معراج ہوتی جائے گی, اور آپ کا مقصد معراج پورا ہوتا جائے گا, آپ کا بھی درجات بلند ہوتے جائیں گے. بے شک آپ کو قرب نبوی صلی اللہ علیہ وسلم ملے گا, قرب الہی ملے گا, آپ کو ملائکہ کی معرفت ملے گی, اور آپ کو نماز معراج کی رات ملی ہوئی. یہ جو معراج کی رات کے جو تحفے ہیں اس میں سے ایک بہت بڑا تحفہ فیوز کی طرف آپ آئیے. ایک ویسی بات, ایک سوال, شب قدر اور شب معراج ان دونوں کو کیسے دیکھتے ہیں؟ اس پہ بھی بڑے بڑے علماء نے بہت ارکریزی کی, اور نتیجہ یہ نکالا. امام فخر الدین رازی فرماتے ہیں کہ شب قدر میں قرآن اوپر سے نیچے آیا ہے, اور شب معراج میں صاحب قرآن. سبحان اللہ, سبحان اللہ, سبحان اللہ. اب اس سے بڑھ کے آپ سمجھ لیجئے کیا کہا جا سکتا ہے کہ امت کے حق میں سب سے افضل رات شب قدر, اور صاحب امت کے حق میں سب سے افضل رات معراج النبی. کیا کہنے, کیونکہ انہیں رب کا دیدار, قرآن والے کا, جس نے قرآن اتارا ہے, اس کا وصل, اور شب وصال جو آپ نے کہا. سبحان اللہ. تو گویا یہ صرف آقا علیہ السلام کی شان نہیں ہے, حضور علیہ السلام کے صدقے آپ کی پوری امت کو معراج عطا ہوئی. بے شک. لہٰذا اس کو سیلیبریٹ کرنا, اس پہ خوشی کا اظہار کرنا, یہ ہمارے ایمان کا حصہ ہے. اور پھر اس کے اندر وہ جو دیکھیے نا, نبی علیہ السلام جب گئے ہیں تو آپ نے کہا تحیات للہ والصلوات والطیبات, یہ مکالمہ ہے جو نماز میں رکھ دیا گیا ہے. آپ نے حمد پیش کی, جواب آیا السلام علیکہ ایھا النبی ورحمۃ اللہ وبرکاتہ. آپ نے جو ریسیونگ ہے وہ کیسی کی, السلام علینا, وہاں سے واحد کے سیغے سے سلام و رحمت ہوا, آپ نے جمع کے سیغے سے وصول کر لیا, اور اس میں اپنی امت کو بھی شامل فرما دیا. سبحان اللہ. تو اب ہم نے کیا کرنا ہے, ہم نے معراج کا تذکرہ اور صاحب معراج پر درود, اور جتنا ہو سکے شکرانے کی کیفیت میں رہیں, چاہے آپ نفل کی شکل میں رہیں, تلاوت کی شکل میں رہیں, یا اپنے اوراد اور تسبیحات کے ذریعے رہیں. کیفیت ذکر و کیفیت شکر میں رہیے, تو اس رات کی برکتیں آپ کو. اور صدقات و خیرات کی بھی اہمیت صدقات و خیرات بھی اس کے اندر شامل ہے. ظاہرہ شکرانہ آپ کی زبانی عبادت کو بھی کہتے ہیں, آپ کی بدنی عبادت کو بھی کہتے ہیں, اور آپ کی مالی عبادت کو بھی. کچھ علامہ صاحب آپ نے لکھا ہو یا
کسی بزرگ کا ایک کچھ یاد نعت آتا ہو؟ مجھے بڑی اس حوالے سے نعت میں نے معراج پہ جو کہی ہے پڑھی بھی گئی کہ جمال حریم دنا دیکھ آئے، جمال حریم دنا دیکھ آئے، خدا کو حبیب خدا دیکھ آئے، سبحان اللہ۔ ہوئے آپ دار الفنا سے روانہ، ہوئے آپ دار الفنا سے روانہ، گھڑی بھر میں دار البقا دیکھا بھائی سبحان اللہ سبحان اللہ۔ اور تجلی سے جس کی ہوا طور سرما، تجلی سے جس کی ہوا طور سرما، وہ اس نور کو برملا دیکھا۔ کیا کہنا، کیا کہنا۔ اور شاہ جی شعر ہے کہ بھلا اس کا ثانی کہاں کوئی ہوگا، بے شک، بھلا اس کا ثانی کہاں کوئی ہوگا، جو خود جا کے اپنا خدا دیکھا۔ سبحان اللہ سبحان اللہ سبحان اللہ۔ بھلا اس کا ثانی کہاں کوئی ہوگا، جو خود جا کے اپنا خدا دیکھ آئے۔ اور یہ نکتہ بھی شہزاد معراج میں تھا، یہ نکتہ بھی شہزاد معراج میں تھا کہ رستے کو خود رہنما دیکھا۔ سبحان اللہ سبحان اللہ سبحان اللہ۔ یہ نکتہ بھی شہزاد معراج میں تھا، کیا فلسفیکل، کہ رستے کو خود رہنما دیکھا ہے، جمال حریم دنا دیکھا ہے، خدا کو حبیب خدا۔ بہت بہت شکریہ علامہ محمد شہزاد مجددی صاحب، آپ سے جب ملیں ایمان اور روح اور دل جو ہے وہ تازہ ہو جاتا ہے، روح تازہ ہو جاتی ہے۔ بہت بہت شکریہ، جزاک اللہ۔ ناظرین گرامی، یہ تھا آج کا شو، اجازت دیجیے، اللہ حافظ۔ نور کی نور پھیلا ہوا آج کی رات ہے۔